ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੇ ਨਿਧਾਨਾ, ਤੁਮਰੀ ਮਹਿਮਾ ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ, ਉਚਾਗਮ ਪਾਰ ਪ੍ਰਭ ਕਥਨ ਨ ਜਾਏ ਅਕਥ। ਨਾਨਕ ਪ੍ਰਭ ਸ਼ਰਨਾਗਤੀ, ਨਾਨਕ ਨਾਨਕ ਪ੍ਰਭ ਸ਼ਰਨਾਗਤੀ। ਰਾਖਨ ਕਉ ਸਮਰਥ, ਵੱਡੇ ਮੇਰੇ ਸਾਹਿਬਾਂ ਜੀ। ਵੱਡੇ ਮੇਰੇ ਸਾਹਿਬਾਂ ਜੀ, ਗਹਿਰ ਗੰਭੀਰ ਗੁਣੀ ਗਹੀਰਾ। ਵੱਡੇ ਮੇਰੇ ਸਾਹਿਬਾਂ ਜੀ, ਗਹਿਰ ਗੰਭੀਰ ਗੁਣੀ ਗਹੀਰਾ। ਸਾਹਿਬਾਂ ਜੀ, ਗਹਿਰ ਗੰਭੀਰਾ ਗੁਣੀ ਗਹੀਰਾ। ਵੱਡੇ ਮੇਰੇ 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 ਸਾਹਿਬਾਂ ਜੀ, ਗਹਿਰ ਗੰਭੀਰ ਗੁਣੀ। ਵੱਡੇ ਮੇਰੇ ਸਾਹਿਬਾਂ, ਗਹਿਰ ਗੰਭੀਰ ਗੁਣੀ ਗਹੀਰਾ। ਵੱਡੇ ਮੇਰੇ ਸਾਹਿਬਾਂ ਜੀ, ਗਹਿਰ ਗੰਭੀਰਾ 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 ਗੁਣੀ
ਕੀਤਾ ਕੇਵਟ ਚੀਰਾ ਕੋਈ ਨ ਜਾਣੈ ਜੀ ਤੇਰਾ ਕੀਤਾ ਕੇਵਟ ਚੀਰਾ ਬੋਲੋ श्री गुरु ग्रंथ धन श्री गुरु ग्रंथ साहिब जी 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 धन श्री गुरु धन श्री ग्रंथ साहिब श्री गुरु ग्रंथ साहिब जी धन श्री गुरु ग्रंथ साहिब जी धन श्री गुरु ग्रंथ साहिब जी धन श्री गुरु ग्रंथ साहिब जी वड्डे मेरे साहिब गहर गंभीरा गुणी गहीरा कोई न जाने तेरा कीता केवट चीरा तेरा कीता जातो नाही मैनू जोग की तोई मैं निर्गुणियारे को गुण नाही आपे तरस पे होई तरस पया मेहरामत होई सतगुर सजन मिलिया नानक नाम मिले ता जीवा नानक नाम मिले ता जीवा तन मन जीवै हरिया कोई न जाने तेरा कीता केवट चीरा तेरा कीता जातो नहीं मैं नहीं जानिया जी तेरा कीता मैं नहीं जानिया जी तेरा कीता मैं नहीं जानिया तेरा
ਠਾਕਰੋ ਤੂੰ ਠਾਕਰੋ ਵੈਰਾਗਰੋ ਮੈਂ ਜਿਹੀ ਘਣ ਤੇਰੀ ਰਾਮ ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ਸਾਰ ਨ ਜਾਣਾ ਤੂੰ ਵੱਡ ਦਾਣਾ ਕਰ ਮਹਿਰਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਭ ਨ ਕੀਜੈ ਰੇਣ ਹੋਵੀਜੈ ਗਰਭ ਨਾ ਕੀਜੈ ਰੇਣ ਹੋਵੀਜੈ ਤਾਂ ਗਤ ਜੀਅਰੇ ਤੇਰੀ ਤਾਂ ਗਤ ਜੀਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜਿਹੀ ਘਣ ਚੇਰੀ ਰਾਮ ਦਾਤਾ ਰੱਖ ਚਰਨਾਂ ਦੇ ਨਾਲ ਮੈਂ ਜਿਹੀ ਘਣ ਚੇਰੀ ਰਾਮ ਦਾਤਾ ਰੱਖ ਚਰਨਾਂ ਦੇ ਨਾਲ ਚਰਨਾਂ ਦੀ ਮੌਜ ਬੜੀ ਰੱਖ ਚਰਨਾਂ ਦੇ ਨਾਲ ਚਰਨਾਂ ਦੀ ਮੌਜ ਬੜੀ ਦਾਤਾ ਰੱਖ ਚਰਨਾਂ ਜਪਦਾ ਮੈਂ ਤੇਰਾ ਦਰਸ਼ਨ ਕੀਤਾ ਜਪਦਾ ਮੈਂ ਤੇਰਾ ਦਰਸ਼ਨ ਕੀਤਾ ਜਪਦਾ ਮੈਂ ਤੇਰਾ ਦਰਸ਼ਨ ਕੀਤਾ ਜਪਦਾ ਮੈਂ ਤੇਰਾ ਦਰਸ਼ਨ ਪ੍ਰੇਮ ਪਿਆਲਾ ਸਾਈਆਂ ਭਰ ਕੇ ਪੀਤਾ ਪ੍ਰੇਮ ਪਿਆਲਾ ਸਾਈਆਂ ਭਰ ਕੇ ਪੀਤਾ ਪ੍ਰੇਮ ਪਿਆਲਾ ਸਾਈਆਂ ਭਰ ਕੇ ਪੀਤਾ ਪ੍ਰੇਮ ਪਿਆਲਾ ਸਾਈਆਂ ਤੇਰਾ ਦਰਸ਼ਨ ਬਹੁਤ ਕਮਾਲ ਚਰਨਾਂ ਦੀ ਮੌਜ ਬੜੀ ਰੱਖ ਚਰਨਾਂ ਦੇ ਨਾਲ ਚਰਨਾਂ ਦੀ ਮੌਜ ਬੜੀ ਪਰਵਾਦਾ ਤੈਨੂੰ ਸੰਗਤਾਂ ਬਥੇਰੀਆਂ ਬੇਪਰਵਾਹ ਦਾਤਾ ਤੈਨੂੰ ਸੰਗਤਾਂ ਬਥੇਰੀਆਂ ਬੇਪਰਵਾਹ ਦਾਤਾ ਤੈਨੂੰ ਸੰਗਤਾਂ ਬਥੇਰੀਆਂ ਜਲ ਕੇ ਬੇਪਰਵਾਹ ਦਾਤਾ ਤੈਨੂੰ
ਕਿਰਪਾ ਕਰੋ ਸੁਣ ਲਵੋ ਅਰਜ਼ਾਏ ਮੇਰੀਆਂ ਕਿਰਪਾ ਕਰੋ ਸੁਣ ਲਵੋ ਅਰਜ਼ਾਏ ਮੇਰੀਆਂ ਕਿਰਪਾ ਕਰੋ ਸੁਣ ਲਵੋ ਅਰਜ਼ਾਏ ਮੇਰੀਆਂ ਸੁਣ ਲਵੋ ਅਰਜ਼ਾਏ ਦਾਤਾ ਗਰੀਬ ਦਾ ਵੀ ਰੱਖਣਾ ਖਿਆਲ ਦਾਤਾ ਗਰੀਬ ਦਾ ਵੀ ਰੱਖਣਾ ਖਿਆਲ ਚਰਨਾਂ ਦੀ ਮੌਜ ਮਣੀ ਦਾਤਾ ਰੱਖ ਚਰਨਾਂ ਦੇ ਨਾਲ ਚਰਨਾਂ ਦੀ ਮੌਜ ਮਣੀ ਦਾਤਾ ਰੱਖ ਚਰਨਾਂ ਦਰ ਤੋਂ ਨਾ ਮੋੜੀ ਬੁਰੇ ਭਲੇ ਹਾਂ ਦਰ ਤੋਂ ਨਾ ਮੋੜੀ ਬੁਰੇ ਭਲੇ ਹਾਂ ਦਰ ਤੋਂ ਨਾ ਮੋੜੀ ਬੁਰੇ ਭਲੇ ਹਾਂ ਦਰ ਤੋਂ ਨਾ ਮੋੜੀ ਲਾਈ ਹੋਈ ਪ੍ਰੀਤੀ ਦੇਖ ਔਗਣ ਨਾ ਤੋੜੀ ਲਾਈ ਹੋਈ ਪ੍ਰੀਤੀ ਵੇ ਔਗਣ ਨਾ ਤੋੜੀ ਲਾਈ ਹੋਈ ਪ੍ਰੀਤੀ ਵੇ ਔਗਣ ਨਾ ਤੋੜੀ ਲਾਈ ਹੋਈ ਪ੍ਰੀਤੀ ਵੇ ਔਗਣ ਨਾ ਤੋੜੀ ਤੈਨੂੰ ਲੱਭਿਆ ਮਸਾ ਮੈਂ ਪਾਲ ਪਾਲ ਪਿੱਛੇ ਬੀਤ ਗਏ ਬਥੇਰੇ ਸਾਲ ਚਰਨਾਂ ਵਾਲੀ ਮੌਜ ਬੜੀ ਦਾਤਾ ਰੱਖ ਚਰਨਾਂ ਦੇ ਨਾਲ ਚਰਨਾਂ ਦੀ ਮੌਜ ਬੜੀ ਪਰਵਾਹ ਦਾਤਾ ਤੈਨੂੰ ਸੰਗਤਾਂ ਬਥੇਰੀਆਂ ਮੈਂ ਜਿਹੀ ਘਣ ਚੇਰੀ ਰਾਮ ਮੈਂ ਜਿਹੀ ਘਣ ਚੇਰੀ ਰਾਮ ਤੇਰੇ ਵਰਗਾ ਕੋਈ ਨਹੀਂ ਮੇਰੇ ਵਰਗੇ ਬਥੇਰੇ ਨੇ ਘਣੇ ਨੇ ਬਹੁਤ ਨੇ ਚੇਲੇ ਚੇਰੀ मेरे वर्गियां बहुत ने तेरे वर्गा पति परमात्मा वो बस तू कल्ला ही है कृपा ही रखनी साडे वर्गे बहुत मिल जाणगे साडे वास्ते दूसरा कोई नहीं ये भावना ये शरधा वालियां दे हिरदे बोलदे ने ये जाचां ने ये जुगतियां ने जुड़न दियां ये प्यार करन दी जाच उस अकाल पुरख वाहिगुरू परमेश्वर नाल जेड़ा दिसदा नहीं है भी व्यापक सर्व व्यापक है पर दिसदा भी नहीं ਉਹਦੇ नाल प्रेम करन दियां जुगतियां दसदे ने सतगुरु आओ अखां बंद करो चौंकड़े लाओ कोई वांझा ना रवे सारे कृपा करो।
कोई वांझा ना रहे, अखा बंद जपना है। महसूस करो जरा, असी शरीर नहीं है, आत्मा हाँ। जरा दिमाग विच लियाओ भैया, जिहड़ी 2 मन की देही ये 60-70 किलो 100 किलो क्वांटल वजन चुकी फिरने आ, ये मेरा नहीं है, इन्हें सड़ जाना। जिदन जम्मे सा 3 किलो ही सी। असी शरीर नहीं है, हल्के होके बिल्कुल खाली, भारी ना होवे, इदा बैठो। आत्मा हाँ, शरीर नहीं है। आत्मा परमात्मा दी अंश है, मिलना है। आत्मा नू कोई नहीं रोक सकता। शरीर की पहुंच की हद है, आत्मा की कोई हद नहीं। ये जदों मर्जी जिथे मर्जी जा सकती है। ये शक्ति है, ये ओदी ताकत है, ओदी किरण है। आओ जरा महसूस करो उस आत्मक आनंद नो, उस रस नो, उस सरूर विच, शांति दे सागर विच चुबा मारो जरा। बिल्कुल सब कुछ भुला के बस इको ही आवाज वाहिगुरू, ओदे विच ही सुरत नूं लीन होण दिओ। शब्द सुरत दा मेल हो जाए। शब्द गुरु सुरत धुन चेला, सुरत चेला बन जाए शब्द गुरु। शब्द भाव आवाज, साउंड, धुनी, धुन। आ जिहड़ी आवाज है इहदे विच ਇਹਦੇ ਨਾਲ अपनी सुरत ਨੂੰ ਇੱਕਮਿਕ कर देना। बस उसे ਨੂੰ सुनो। बोलो साहब
ਵਾਹਿਗੁਰੂ 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 ਗੁਰੂ 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 ਗੁਰੂ
ਸਾਰਸਨਾ 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 ਤਨ ਤਨ ਹੈ ਮੇਰੀ ਜਿੰਦੜੀ ਹੈ ਮੇਰੀ ਜਿੰਦੜੀ ਸਾਰਸਨਾ ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀ ਹੈ ਮੇਰੀ ਜਿੰਦੜੀ ਸਾਰਸਨਾ ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀ ਹੈ ਮੇਰੀ ਜਿੰਦੜੀ ਸਾਰਸਨਾ ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀ ਹੈ ਮੇਰੀ ਜਿੰਦੜੀ ਗੁਣ ਗਾਵੇ ਮਨ ਪ੍ਰਭ ਕੇਰੇ ਰੰਗ ਗਾਵੇ ਹਰ ਪ੍ਰਭ ਤੇਰੇ ਰਾਮ ਗੁਣ ਗਾਵੇ ਮਨ ਪ੍ਰਭ ਕੇਰੇ ਰਾਮ ਗਾਵੇ ਹਰ ਪ੍ਰਭ ਤੇਰੇ ਰਾਮ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ ਗਾਵੇ ਹਰ ਪ੍ਰਭ ਤੇਰੇ ਰਾਮ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਪਿਆਰੇ ਧੰਨ ਗੁਰੂ ਪਿਆਰੇ ਧੰਨ ਗੁਰੂ ਪਿਆਰੇ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇ ਸਾਰਸਨਾ 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 ਤਨ ਤਨ ਹੈ ਤਨ ਤਨ ਹੈ ਸਾਰਸਨਾ ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀ ਹੈ ਮੇਰੀ ਜਿੰਦੜੀ ਹੈ ਸਾਰਸਨਾ ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀ ਹੈ ਮੇਰੀ ਜਿੰਦੜੀ ਸਾਰਸਨਾ ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀ ਹੈ ਮੇਰੀ ਜਿੰਦੜੀ ਹੈ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਸਤਿਗੁਰੂ ਜੀ ਨੂੰ ਸੀਸ ਝੁਕਾਉਂਦਿਆਂ ਹੋਇਆਂ ਸਤਿਗੁਰੂ ਜੀ ਦੀਆਂ ਅਸੀਸਾਂ ਲੈਂਦਿਆਂ ਹੋਇਆਂ ਅਸੀਸ ਬਖਸ਼ੋ ਕੁਝ ਸਮਾਂ ਆਪ ਜੀ ਦੇ ਚਰਨਾਂ 'ਚ ਹਾਜ਼ਰੀ ਭਰ ਸਕੀਏ ਫਤਿਹ ਦੇ ਰੂਪ ਵਿੱਚ ਅਸੀਸ ਬਖਸ਼ੋ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਂਝੇ ਰਹਿ ਗਏ ਨੇ ਕਈ ਫਿਰ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਕੀ ਕੀ ਫਤਿਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਦੂਸਰੇ ਦਿਨ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਵਿੱਚ ਸਮੂਲੀਅਤ ਕਰਨ ਵਾਸਤੇ ਆਪਾਂ ਸਾਰੇ ਪੁੱਜੇ ਆ ਭਾਵੇਂ ਮੈਂ ਅਰਜ਼ ਕੀਤੀ ਸੀ ਕੱਲ ਕਿ ਵੇਲੇ ਨਾਲ ਆਣਾ
ਤਾਂ ਜੋ ਵੇਲੇ ਨਾਲ ਸਮਾਪਤੀ ਹੋਵੇ। ਪਰ ਸੰਗਤ ਕਾਫੀ ਲੇਟ ਆ ਰਹੀ ਹੈ। ਅਰਜੇ ਮੱਥਾ ਟੇਕਣ ਵਾਲਿਆਂ ਨੂੰ ਕਿ ਛੇਤੀ ਛੇਤੀ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰਕੇ ਫਿਰ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜ ਜਾਓ, ਤਾਂ ਜੋ ਇਕਾਗਰ ਚਿਤ ਹੋ ਕੇ ਕੁਝ ਸਮਾਂ ਹਰ ਜਸ ਰੇ ਮਨਾ ਗਾਏ ਲੈ। ਜੋ ਸੰਗੀ ਹੈ ਤੇਰੋ, ਇਹ ਸਾਡਾ ਸੰਗੀ ਹੈ, ਸਾਡੇ ਨਾਲ ਜਾਣ ਵਾਲਾ ਹੈ। ਜਿਦਨ ਕੋਈ ਸਾਥੀ ਨਹੀਂ ਹੋਏਗਾ ਉਦਨ ਭਜਨ ਸਿਮਰਨ ਨਾਮ ਸਤ ਸੰਗਤ ਇਹ ਸਾਡਾ ਸੰਗੀ ਹੋਏਗਾ। ਇਹ ਸੰਗੀ ਹੈ, ਇਸ ਕਰਕੇ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਵੇ। ਉਹਨਾਂ ਦਾ ਥਾਏ ਪੈ ਜਾਂਦਾ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਸਤ ਸਤ ਕਰਕੇ ਮੰਨ ਲਈ, ਹੁਕਮ ਕਮਾ ਲਿਆ। ਪਹਿਲਾਂ ਆਗਿਆ ਕੀ ਹੈ ਉਹਨੂੰ ਸੁਣੀਏ ਫਿਰ ਕਮਾਵਾਂਗੇ। ਪਹਿਲਾਂ ਸੁਣਨਾ ਫਿਰ ਕਮਾਉਣਾ। ਪਹਿਲਾਂ ਸੁਣਨ ਦੀ ਗੱਲ ਹੈ, ਜਪਜੀ ਸਾਹਿਬ ਪੜ੍ਹਨੇ ਆ, ਫਿਰ ਮੰਨਣ ਦੀ ਗੱਲ ਹੈ। ਇਸ ਕਰਕੇ ਪਿਆਰ ਨਾਲ ਜਿਤਨਾ ਸਮਾਂ ਮਹਾਰਾਜ ਬਖਸ਼ਣ ਇਕਾਗਰ ਚਿਤ ਹੋ ਕੇ ਜਪਣਾ ਹੈ। ਧੰਨ ਨੇ ਉਹ ਗੁਰਮੁਖ ਜਿਹੜੇ ਜਪਦੇ ਨੇ। ਆਪਾਂ ਪੜ੍ਹ ਰਹੇ ਸਾਂ ਸਾ ਰਸਨਾ ਧੰਨ ਧੰਨ ਹੈ ਮੇਰੀ ਜ਼ਿੰਦਗੀ। ਉਹ ਰਸਨਾ ਧੰਨ ਹੈ, ਧੰਨ ਹੈ, ਧੰਨ ਹੈ ਉਹ ਰਸਨਾ ਕਿਹੜੀ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਜਿਹੜੀ ਰਸਨਾ ਉਸ ਅਕਾਲ ਪੁਰਖ ਜੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਨ ਕਰਦੀ ਹੈ, ਉਹ ਰਸਨਾ ਨੂੰ ਧੰਨ ਧੰਨ ਆਖਿਆ। ਪਰ ਇੱਕ ਗੱਲ ਸਤਿਗੁਰੂ ਜੀ ਦੀ ਬਾਣੀ ਨੇ ਬੜੀ ਸਪਸ਼ਟ ਕੀਤੀ ਹੈ, ਜਪਣਾ ਪ੍ਰਵਾਨ ਹੈ, ਉਹਦੇ ਵਿੱਚ ਦਿਖਾਵਾ ਨਾ ਹੋਵੇ। ਜਿਵੇਂ ਹੁਣ ਆਮ ਇਹ ਗੱਲ ਪ੍ਰਚਲਿਤ ਹੈ ਨਾ ਕਿ ਮਾਲਾ ਫੜਨ ਦੀ ਕੀ ਲੋੜ ਹੈ ਤੇ ਪਖੰਡ ਹੈ। ਆਮ ਜੇ ਤੁਸੀਂ ਇਹ ਗੱਲ ਸੁਣੋਗੇ ਤੇ ਆਮ ਹੀ ਕਈ ਲੋਕ ਇਹ ਗੱਲ ਕਹਿੰਦੇ ਨੇ। ਸਤਿਗੁਰੂ ਜੀ ਨੇ ਦਿਖਾਵੇ ਨੂੰ ਮਾੜਾ ਗਿਣਿਆ, ਮਾਲਾ ਨੂੰ ਮਾੜਾ ਨਹੀਂ ਗਿਣਿਆ। ਇਤਿਹਾਸ ਵਿੱਚ ਕਈ ਜਗ੍ਹਾ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਜੀ ਦੀ ਮਾਲਾ ਦਾ ਜ਼ਿਕਰ ਵੀ ਆਉਂਦਾ ਹੈ। SGPC ਦੇ ਅੰਡਰ ਵੀ ਜੋ ਸੇਵਾ ਸ਼੍ਰੋਮਣੀ ਕਮੇਟੀ ਕੋਲ ਹੈ ਗੁਰਦੁਆਰਿਆਂ ਦੀ, ਜਲੰਧਰ ਦੇ ਪਾਸ ਇੱਕ ਗੁਰਦੁਆਰਾ ਪੰਚਮ ਪਾਤਸ਼ਾਹ ਦਾ ਸਿਮਰਨਾ ਉੱਥੇ ਪਿਆ, ਉਹਦੇ ਦਰਸ਼ਨ ਕਰਾਏ ਜਾਂਦੇ। ਇਹ ਪੰਚਮ ਪਾਤਸ਼ਾਹ ਦਾ ਸਿਮਰਨ ਹੈ। ਇਤਿਹਾਸ 'ਚ ਵੀ ਜ਼ਿਕਰ ਹੈ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮੇਰੀ ਸਿਮਰਨੀ ਕਿਹੜੀ ਹੈ? ਰਸਨਾ ਉਪਰ ਰਾਮ। ਰਸਨਾ ਤੇ ਰਾਮ ਹੀ ਮੇਰੀ ਸਿਮਰਨੀ ਹੈ, ਮੈਨੂੰ ਦੂਜੀ ਸਿਮਰਨੀ ਦੀ ਲੋੜ ਨਹੀਂ। ਸਿਮਰਨੀ ਕਿਹੜੀ ਹੈ ਮੇਰੀ? ਹੁਣ ਹੋਰ ਹਰ ਇੱਕ ਭਗਤ ਕੋਲ, ਸਾਧੂ ਕੋਲ, ਸੰਤ ਕੋਲ, ਮਹਾਤਮਾ ਕੋਲ ਮਾਲਾ ਹੈ, ਸਿਮਰਨੀ ਹੈ, ਤੇ ਭਗਤ ਜੀ ਤੁਹਾਡੀ ਸਿਮਰਨੀ ਕਿੱਥੇ ਹੈ? ਉਹ ਕਹਿੰਦੇ ਰਸਨਾ ਉਪਰ ਰਾਮ ਹੀ ਮੇਰੀ ਸਿਮਰਨੀ ਹੈ। ਸਾਸ ਗਰਾਸ ਰੱਬ ਮੈਨੂੰ ਯਾਦ ਰਵੇ। ਸਾਸ ਗਰਾਸ ਤੋਂ ਭਾਵ ਹੈ, ਸਾਸ ਤੋਂ ਭਾਵ ਸਾਹ ਲੈਂਦੇ ਆ, ਤੇ ਗਰਾਸ ਤੋਂ ਭਾਵ ਗਰਾਈ ਖਾਂਦੇ ਆ। ਰੱਬ ਯਾਦ ਰਹਿਣਾ ਚਾਹੀਦਾ। ਸਾਸ ਗਰਾਸ ਦਾ ਅਰਥ ਹੈ ਹਰ ਪਲ ਹਰ ਸਮੇਂ। ਜਿਹੜਾ ਬੰਦਾ ਸਾਸ ਗਰਾਸ ਸਿਮਰਨ ਕਰਦਾ ਹੈ ਉਹ ਕੌਣ ਹੈ? ਜਿਹੜਾ ਸਾਹ ਲੈਂਦਾ ਹੈ ਉਦੋਂ ਵੀ ਜਪ ਰਿਹਾ, ਜਦੋਂ ਗਰਾਈ ਮੂੰਹ 'ਚ ਪਾ ਦਿਆ ਖਾ ਵੀ ਰਿਹਾ ਉਦੋਂ ਵੀ ਜਪ ਰਿਹਾ। ਤੇ ਸਾਹ ਤੇ ਹਰ ਸਮੇਂ ਚੱਲਦੇ ਰਹਿੰਦੇ ਨੇ। ਹਰ ਸਾਹ ਨਾਲ ਜਿਹੜਾ ਜਪੇ, ਸਾਸ ਗਰਾਸ ਜਪਣ ਵਾਲਾ ਉਹਨੂੰ ਕਹਿੰਦੇ ਨੇ। ਤੇ ਧਿਆਨ ਦੇਣਾ ਗੁਰਮੁਖੋ, ਕਬੀਰ ਸਾਹਿਬ ਕਹਿੰਦੇ ਨੇ ਮੇਰੀ ਮਾਲਾ ਕਿਹੜੀ ਹੈ? ਮੇਰੀ ਮਾਲਾ ਰਸਨਾ ਉਪਰ ਰਾਮ। ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਇਹਦੇ ਵਿੱਚ ਹੀ ਸੁਖ ਹੈ, ਇਹਦੇ ਵਿੱਚ ਹੀ ਵਿਸ਼ਰਾਮ ਟਿਕਾਏ, ਇਹਦੇ ਵਿੱਚ ਹੀ ਠਹਿਰਾਓ ਹੈ। ਕਾਹਦੇ 'ਚ? ਰਸਨਾ ਉਪਰ ਰਾਮ ਵਿੱਚ। ਆਦ ਤੋਂ ਲੈ ਕੇ ਜਿੰਨੇ ਭਗਤ ਹੋਏ ਨੇ ਸਾਰਿਆਂ ਨੂੰ ਇਸੇ ਚੋਂ ਪ੍ਰਾਪਤੀ ਹੋਈ ਹੈ। ਕਿਹੜੀ ਚੋਂ? ਰਸਨਾ ਉਪਰ ਰਾਮ। ਇੱਥੋਂ ਹੀ ਕਿਰਪਾ ਹੋਈ ਹੈ ਸਾਰਿਆਂ ਦੀ। ਹੁਣ ਇਹ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਤੇ ਬਹੁਤ ਸਾਰੇ ਸੱਜਣ ਸਾਡੇ ਇਹ ਕਹਿੰਦੇ ਨੇ ਕਿ ਮਾਲਾ ਹੈ ਨਾ ਜਿਹੜੀ ਮਾਲਾ, ਇਹ ਪਖੰਡ ਹੈ, ਮਾਲਾ ਨਹੀਂ ਰੱਖਣੀ ਚਾਹੀਦੀ। ਕਿਉਂ? ਕਿਉਂਕਿ ਸਿਮਰਨੀ ਕਬੀਰ ਸਾਹਿਬ ਜੀ ਦੀ ਬਾਣੀ ਹੈ ਵੀ ਰਸਨਾ ਉੱਤੇ ਰਾਮ ਹੀ ਹੋਣਾ ਚਾਹੀਦਾ। ਬਸ ਇਹ ਅੰਦਰ ਹੀ ਹੋਵੇ, ਲੋੜ ਕੀ ਹੈ ਬਾਹਰ?
ਇਹ ਕਹਿੰਦੇ ਨੇ ਪਰ ਗੁਰਮੁਖੋ ਇਹ ਗੱਲ ਧਿਆਨ ਚ ਰੱਖੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਐਮਏ ਵਾਲਿਆਂ ਲਈ ਵੀ ਗੱਲ ਕਰਦੀ ਹੈ, ਸਮਝਾਉਂਦੀ ਹੈ, ਤੇ ਪਹਿਲੀ ਵਾਲਿਆਂ ਨੂੰ ਵੀ ਸਮਝਾਉਂਦੀ ਹੈ। ਭਗਤ ਕਬੀਰ ਸਾਹਿਬ ਜੀ ਦੀ ਮਾਲਾ ਏਡੀ ਵੱਡੀ ਹੈ, ਬਨਾਰਸ ਵਿੱਚ ਉਹਨਾਂ ਦੀਆਂ ਨਿਸ਼ਾਨੀਆਂ ਪਈਆਂ ਨੇ। ਏਡੀ ਵੱਡੀ ਮਾਲਾ ਤੁਸੀਂ ਅੱਜ ਤੱਕ ਵੇਖੀ ਹੋਈ ਨਹੀਂ ਹੋਣੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦੇ ਨੇ ਰਸਨਾ ਉੱਪਰ ਰਾਮ, ਪਰ ਮਾਲਾ ਵੀ ਸੀ ਉਹਨਾਂ ਕੋਲ, ਕਿਉਂਕਿ ਇੱਕ ਵੇਲਾ ਮਾਲਾ ਦਾ ਹੈ ਤੇ ਇੱਕ ਵੇਲਾ ਐਸਾ ਜਦੋਂ ਮਾਲਾ ਦੀ ਲੋੜ ਨਹੀਂ, ਅੰਦਰੇ ਚੱਲ ਪੈਂਦਾ। ਗੜੀਰੇ ਦੀ ਲੋੜ ਹੈ, ਬੱਚਾ ਤੁਰਨਾ ਸਿੱਖ ਗਿਆ, ਫਿਰ ਸਾਰੇ ਆਪਾਂ ਸਾਰੇ ਹੀ ਗੜੀਰਿਆਂ ਨਾਲ ਤੁਰਨਾ ਸਿੱਖੇ ਆ, ਉਂਗਲ ਫੜ ਕੇ ਤੁਰਨਾ ਸਿੱਖੇ ਆ, ਤੇ ਹੁਣ ਆਪੇ ਹੀ ਤੁਰੇ ਫਿਰਨੇ ਆ। ਹੁਣ ਸਾਰੀ ਜ਼ਿੰਦਗੀ ਥੋੜਾ ਗੜੀਰੇ ਚੁੱਕੀ ਫਿਰਨੇ ਆ। ਮਾਲਾ ਇੱਕ ਜਰੀਆ ਹੈ। ਤੁਸੀਂ ਕਹੋਗੇ ਫਿਰ ਬਾਬਾ ਆਨੰਦ ਸਿੰਘ ਜੀ ਫੜਦੇ ਸੀ ਮਾਲਾ, ਇਹਦਾ ਮਤਲਬ ਉਹ ਗੜੀਰਾ ਸਾਰੀ ਜ਼ਿੰਦਗੀ ਚੁੱਕੀ ਫਿਰਦੇ ਰਹੇ। ਰਾੜੇ ਵਾਲੇ ਮਹਾਂਪੁਰਖਾਂ ਕੋਲ ਮਾਲਾ ਵੇਖੀ ਸੀ, ਮਸਤੂਆਣੇ ਵਾਲਿਆਂ ਕੋਲ ਵੀ ਹੈ। ਸਰਬ ਲੋਹ ਦਾ ਸਿਮਰਨਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਵਾਲੇ ਵੀ ਰੱਖਦੇ ਸੀ, ਸਿਮਰਨਾ ਉਹਨਾਂ ਕੋਲ ਵੀ ਹੁੰਦਾ ਸੀ। ਹੁਣ ਇੱਥੇ ਸਵਾਲ ਹੋ ਜਾਏਗਾ ਵੀ ਸਿਮਰਨਾ ਉਹ ਕਿਉਂ ਫੜਦੇ ਨੇ, ਜਦੋਂ ਹੈ ਤੇ ਇੱਕ ਜਰੀਆ ਹੈ ਤੁਰਨ ਲਈ। ਜਦੋਂ ਬੰਦਾ ਤੁਰ ਪਿਆ ਤੇ ਫਿਰ ਇਹਦਾ ਮਤਲਬ ਉਹ ਤੁਰੇ ਹੀ ਨਹੀਂ ਸਨ। ਭਾਈ ਸਾਹਿਬ ਜੀ ਸਿਮਰਨਾ ਕਿਉਂ ਫੜਦੇ ਸੀ, ਬਾਬਾ ਆਨੰਦ ਸਿੰਘ ਕਿਉਂ ਫੜਦੇ ਸੀ? ਕਿਉਂਕਿ ਗੁਰਮੁਖਾਂ ਦਾ ਜੀਵਨ ਜਿਹੜਾ ਹੈ ਨਾ, ਉਹ ਸਾਡੇ ਲਈ ਚਾਨਣ ਮਨਾਰਾ ਹੁੰਦਾ ਹੈ। ਇੱਕ ਸਾਡੇ ਵਾਸਤੇ ਬਹੁਤ ਸਾਰੇ ਲੋਕ ਨੇ ਜਿਹੜੇ ਭਜਨ ਕਰਨ ਵਾਲੇ, ਬੰਦਗੀ ਕਰਨ ਵਾਲਿਆਂ ਵੱਲ ਵੇਖ ਕੇ ਜੁੜ ਜਾਂਦੇ ਨੇ। ਜੁੜਨ ਵਾਸਤੇ ਸਾਡੇ ਲਈ ਇੱਕ ਜੁਗਤੀ ਦੱਸਣ ਵਾਸਤੇ ਹੈ ਵੀ ਜੇ ਉਹਨਾਂ ਮਹਾਂਪੁਰਖਾਂ ਕੋਲ ਕੋਈ ਸਿਮਰਨੀ, ਕੋਈ ਮਾਲਾ ਸੀ। ਬਾਕੀ ਧਿਆਨ ਦਿਓ ਸੰਗਤੇ, ਬਸ ਮਹਾਰਾਜ ਕਹਿੰਦੇ ਨੇ ਮਾਲਾ ਹੋਵੇ, ਪਖੰਡ ਨਾ ਹੋਵੇ। ਸੰਗਤ ਸਾਹਮਣੇ ਮਾਲਾ ਫੇਰੋ, ਪਰ ਇਕੱਲੇ ਬੈਠੋ ਉਦੋਂ ਵੀ ਤੇ ਫੇਰੋ। ਚੌਂਕੜਾ ਮਾਰ ਕੇ ਹੁਣ ਇੱਥੇ ਸਟੇਜ ਤੇ ਮਾਲਾ ਫੜ ਕੇ ਬੈਠੋ, ਵਾਹਿਗੁਰੂ 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 ਕਰੋ, ਪਰ ਸਵੇਰੇ ਵੀ ਤੇ ਕਰੋ। ਵਿਖਾਉਣ ਵਾਸਤੇ ਮਾਲਾ ਜੇਬ ਚੋਂ ਨਾ ਕੱਢੋ। ਮਾਲਾ ਉਦੋਂ ਵੀ ਫੇਰੋ ਜਦੋਂ ਕੋਈ ਨਾ ਵੇਖੇ, ਉਦੋਂ ਵੀ ਚੱਲੇ ਨਾ। ਫੇਰ ਹੈ ਵੀ ਚੱਲ ਰਿਹਾ, ਕੋਈ ਵੇਖੇ ਕੋਈ ਨਾ ਵੇਖੇ। ਜੇ ਦਿਖਾਵਾ ਹੈ ਫਿਰ ਤੇ ਗੁਰਬਾਣੀ ਕਹਿੰਦੀ ਏ ਅੱਖਾਂ ਬੰਦ ਕਰਨੀਆਂ ਵੀ ਦਿਖਾਵਾ ਨੇ। ਕੀ ਫਿਰ ਅੱਖਾਂ ਬੰਦ ਕਰਨੀਆਂ ਛੱਡ ਦਿਓਗੇ? ਗਾਏ ਸੁਣੇ ਆਖੇ ਮੀਚੇ, ਇਹ ਤੇ ਬਾਣੀ ਤੇ ਕਹਿੰਦੀ ਗਾਉਣ ਨਾਲ ਵੀ ਨਹੀਂ ਮਿਲਦਾ, ਸੁਣਨ ਵਾਲ ਵੀ ਨਹੀਂ ਮਿਲਦਾ, ਅੱਖਾਂ ਮੀਚਣ ਨਾਲ ਵੀ ਨਹੀਂ ਮਿਲਦਾ। ਇਹਦਾ ਮਤਲਬ ਵੀ ਗਾਉਣਾ ਵੀ ਛੱਡ ਦਿਓ, ਸੁਣਨਾ ਵੀ ਛੱਡ ਦਿਓ, ਅੱਖਾਂ ਬੰਦ ਕਰਨੀਆਂ ਵੀ ਛੱਡ ਦਿਓ ਤੇ ਮਾਲਾ ਵੀ ਛੱਡ ਦਿਓ। ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ। ਪਰਮ ਪਦੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਨਾ ਗਾਉਣ ਨਾਲ, ਨਾ ਸੁਣਨ ਨਾਲ, ਨਾ ਅੱਖਾਂ ਬੰਦ ਕਰਨ ਨਾਲ। ਇਹਦਾ ਮਤਲਬ ਵੀ ਅੱਖਾਂ ਵੀ ਬੰਦ ਕਰਨੀਆਂ ਛੱਡ ਦਿਓ? ਨਹੀਂ ਭਾਈ, ਅੱਖਾਂ ਬੰਦ ਕਰ, ਗਾ ਸੁਣ, ਪਰ ਦਿਖਾਵਾ ਨਾ ਕਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੀਸ ਵੇਖੋ, ਆਪਾਂ ਮਹਾਰਾਜ ਸਾਹਿਬ ਜੀ ਦਾ ਬਚਨ ਪੜ੍ਹਦੇ ਆ ਨਾ, ਜਪਜੀ ਸਾਹਿਬ। ਮਹਾਰਾਜ ਕਹਿੰਦੇ ਨੇ ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵਹਿ ਲੱਖ ਵੀਸ। लख लख गेड़ा आखी है एक नाम जगदीश। ये तो राहे पत पवड़ी है चढ़िए होए 21। कहते एक होना है। कोई बंदा एक होने वास्ते मालक दे विच अभेद होने वास्ते ए राह अपना लवे। केड़ा राह भी एक जीव नहीं, एक जीव नहीं, एक दू तो अर्थ दो नहीं, एक तो दू तो अर्थ है एक तो। एक दू एक जीव तो लख जीव बन जाए। एक दू जीव हो लख हो है, एक तो जीवा लख बन जाए। लख होवे है लख 20, लखा जीवा बन जान ते लखा तो फिर 20 लख जीव बने। एक एक जीव तो 20 लख जीव बन जाए। ते फिर कहंदे तू जपे लख होवे लख 20। लख लख गेड़ा आखिए है एक नाम जगदीश। वो जगत नू पालन वाले, जगत दी संभाल करन वाले जगदीश वाहिगुरु नू तू जपे, बार बार ध्यावें। लखा वारी एक एक जीव नाल ध्यावें, लखा वारी।
ते तू आखें कि मैं करोड़ां वारी वाहिगुरू जपिया, मैं अरबां वारी वाहिगुरू दा नाम जपिया। एत राहे पत पवड़ियां चढ़िए होए अकीस, ए पौड़ी तू ला लवें। मैं आखें भी मैं ए पौड़ी चढ़ा, बार बार जपन नाल मैं मिल जांगा, परमेश्वर तक पहुंच जांगा। गुरु नानक साहब कहंदे नहीं प्राप्ति हो सकती, ऐदा नहीं कृपा हो सकती। ए तराहे पत पवड़िया चढ़िए होए अकीस, सुन गल्ला आकाश की कीता आई रीस। कहंदे ते ओ गल है, रीस है ना जे, दिखावा है ना जे, फिर ते ओ है भी कीड़ी रीस करे भी मैं आकाश तक पहुंच जा, कीड़ी नहीं पहुंच सकती। ये रीस है, ये सिर्फ एक दिखावा है। जे जीभा तेरी अगे पिछे नहीं जपदी ते तू रौला पांदा फिरना है कि मैं इन्ना जाप करना, मैं इन्ना सिमरन करना, मैं इन्ने पाठ करना। जे सिर्फ ते सिर्फ दिखावा है ते साध संगत फिर गुरु नानक साहब सच्चे पातशाह कहंदे ने, एक दो जीभो लख हो है, लख होवे लख 20 लख लख गेड़ा आखिए है। एक नाम जगदीश ए तराहे पद पवड़िया चढ़िए होए अकीस, सुन गल्ला आकाश की कीता आई रीस। नानक नदरी पाईए कूड़ी कूड़े ठीस। कहंदे ठीस दा अर्थ है सिर्फ एक गप, सिर्फ एक झूठ। कहंदे तू कहना लखां वारी करोड़ां वारी जपिया है, तू ये राह बनाया है भी मैं जीभ नाल वाहिगुरू 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 रब दे नाम ले ले के मेरा पार उतारा हो जाएगा। कहंदे सिर्फ एक गप है, एक कूड़ है, झूठ है, इदू अगे कुछ नहीं। फिर पूछो भी पाइए किवें? कहंदे नानक नदरी पाई, ओदी किरपा नाल पाया जांदा है, ओदी बख्शिश नाल पाया जांदा है, दिखावा नहीं। जे दिखावा कर दिया तू वाहिगुरू वाहिगुरू लख वारी आखें, लख वारी छड़ तू लखां जीभा बन जान फिर भी जे जपी जाए, ते जे तू लोकां नूं विखाउण वास्ते जपना है फिर गल नहीं बनेगी, फिर किरपा नहीं हो सकती। आपां संगत विच इत्थे अखां बंद करके कहने ना भी लो भाई संगते सारे जने रल के सिमरन करिए, पर सिमरन करना है पर दिखावा नहीं ओदे विच होना चाहिए। सिमरन आपां रल के कीता है, घर जाके भी करना है। ये ना होवे कि सिर्फ इत्थे असीं जपने आ, मैं स्टेज ते आया ते आपां कहने वाहिगुरू वाहिगुरू करो, उदां कदे भी 2 मिनट अखां नहीं बंद करके बह के भजन कीता, फिर है भी फिर नहीं गल बनेगी। फिर ते गप्पां ही ने, मैं इन्ना जपना मैं इन्ना जपना, झूठ ही है। होर है कि इदां दे तरीके जिन्ने मर्जी अपना लै, जिन्ना मर्जी यतन कर लै, कोशिश कर लै, फिर गल नहीं बनेगी। असल विच अंदरों इत्थे भी जपीए, तुरदियां फिरदियां बहिंदियां उठदियां हर समय महाराज सच्चे पातशाह दी कृपा नाल हौली हौली रंग लागत 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 है, पौ भागत 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 है। ते इसे दे विच ही साध संगत टिका है, इसे विच ही शांति है। महाराज साहब जी मेहर करन, दिखावा ना होवे, अंदरों जुड़न दा यतन करिए। दिल हो मोहब्बत जिन सही सच्चे, अंदरों दिल हो मोहब्बत, अंदरों प्रेम हो, जिन मन होर मुख होर से कांडे कचिया। उन्हां नूं थां नहीं मिलेगी अगे, मन होर है मुख होर है, फिर गल नहीं बनेगी। ते जे साध संगत अंदरों जपने आ, दिखावा नहीं, फिर कृपा होएगी। कर्म धर्म पाखंड जो दिसै, दिसन वाले जेड़े कर्म धर्म ने, तिन जम जागाती लूटै, निर्वाण कीर्तन गावो करते का, निमक सिमरत जित छूटै, संत हो सागर पार उतरिए, जे को बचन कमावे संतन का, सो गुर प्रसादी तरिए। इस करके महाराज सच्चे पातशाह मेहर करन, रसना धन धन है ओ जेड़ी उस काल पुरख वाहिगुरू दा नाम जपदी है, जुड़दी है, दिखावा नहीं करदी। महाराज साहब जी कृपा करते ने, फिर नाम हिरदे च भी वस जांदा है। ते रसना ना जपै नाम तिल तिल कर कटीए, एहो जी जेबां नूं तिल तिल करके कट देना चाहिए जेड़ी वाहिगुरू परमेश्वर दा नाम नहीं जपदी। राणा साहब वाले महापुरख पढ़दे हुंदे सी, जे तू नाम ना जपेंगी जेबा मेरिए, तिल तिल कटी जावेगी, जे तू नाम ना जपेंगी जेबा मेरिए, तिल तिल कटी जावे।
पढ़ो जपेगी जेबा हैना जेबा मेरी दिल दिल फंदी नाम नाम जपेगी जेबा मेरी जिस नाम नाम जपेगी जेबा मेरी नाम नाम जपेगी जेबा मेरी अपनी रसना को नाम नाम जपेगी जेबा अनेक न चित समूढ़ मना हर बिसत तेरे गुण गलिया। कल मैं अर्ज कीती सी ना गुरमुखो तित सरवरड़ भई ले निवासा पानी पावक तिन है की। ऐसे ऐसा ये सरोवर है संसार रूपी सरोवर जिदे विच गुरमुखो पानी दी थां ते अग पाई हुई अग तृष्णा दी ते मोह दा इहदे विच चिक्कड़ है ते टुट गए आ वेख रहे हैं बड़ी दुनिया इहदे विच डुब गई है डुब रहे ने लोग निकलना बड़ा औखा है। हम देखा तह डूबी अले मन एक न चित समूढ़ मना हर बिसरत तेरे गुण गलिया। जेड़ा नहीं ना जपदा महाराज साहब जी गुरु नानक साहब कहते हैं टुट गया मन नहीं करता हर बिसरत तेरे गुण गलिया। तेरे गुण ने ना जेड़े गलने शुरू हो जाने चंगियाइयां खत्म होनियां शुरू हो जाने नखार आ जाता गुणा च जेड़े भजन करने वाले। अंदरली गल छड्डो वेखो जेड़े कोई भी अपना कारोबार करते ने काम करते ने ना काम जे भजन करने वाले होण ना सिमरन करने वाले उन्हां दे दुनियावी काम विच भी तरक्की हुंदी है। जेड़े नाम नालों टुटे ने भजन नालों टुटे ने 18 साल भावें उन्होंने कालजां स्कूलों यूनिवर्सिटियां विच लाए होण बड़े गुण हासिल कीते होण पर वो गुण उन्हां दे पल्ले रहिंदे नहीं खाली हो जांदे। उन्हां गुणां दी संसार च कदर नहीं पैंदी अंदरले गुण ते खत्म हुंदे ही ने। नाम नूं भुल के शरधा खत्म हो जाती है। साध संगत श्रेष्ठ गुण ने जेड़े दया करनी परोपकार करना परोपकार दी भावना है सब कुछ खत्म हो जाता है। नाम भुल के तमाम गुण खत्म हो जाएंगे। जिसनों आप खवाए करता खुश लए चंगियाई चंगियाइयां खत्म होनियां शुरू हो जाती ते जेड़े जपण वाले ने अंदर ते उन्हां दे श्रेष्ठ गुण पैदा हुंदे ही ने नखार आउंदा है जिंदगी च होर गुण आउंदे ने। दुनियावी भी तुहानू इदां लगेगा कि आ चीज ते मैं सिੱਖੀ नहीं मैनू किवें आ गई। भजन करन वाले नू बिना सिੱਖਣ तो भी आएगा आ दुनियावी चीजां जेड़ी तुहानू ये लगदा है ना भी आ गल मैं कर नहीं सकदा पर हैरान हो जाओगे भी मैनू ते पता ही नहीं सी भी ये कंप्यूटर की हुंदा है। मैनू नहीं सी नॉलेज मैं इहनू कदे वेखिया नहीं सी मैं पढ़िया नहीं मेरी पढ़ाई विच नहीं पर जदों तुसी बंदगी वाला उन्होंने हथ लाएगा उस राह ते थोड़ा जा तुरेगा ते महाराज दी मेहर नाल दुनियावी चीजां भी सिखदा है। मैं ना दिल्ली हुण गया सा उत्थे एक गुरमुख है गुरपाल सिंह नाम उन्होंने घर रात भी रुकिया सा। एक 5 दिन रहे उसी उत्थे एक रात भी मैं रुकिया। वो एक मशीन बनांदे ने ध्यान देना संगते वो ओदा कारोबार है फैक्ट्री है छोटी जी फैक्ट्री
ਤੇ ਮੈਂ 7-8 ਸਾਲ ਤੋਂ ਉਹਨਾਂ ਦੇ ਘਰ ਜਾਣਾ ਹੁੰਦਾ ਕਈ ਵਾਰੀ। ਬਿਲਕੁਲ ਸਾਦਾ ਬੰਦਾ। ਉਹਦੇ ਕਈ ਥਾਵਾਂ ਤੋਂ ਕੱਪੜਿਆਂ ਉੱਤੇ ਵੀ ਤਾਕੀਆਂ ਲੱਗੀਆਂ ਹੋਈਆਂ ਨੇ। ਸਕੂਟਰ ਰੱਖਿਆ ਉਹਦੇ ਤੇ ਜਾਂਦਾ। ਇਹ ਨਹੀਂ ਵੀ ਸੋਮ ਹੈ ਸਾਰਾ ਕੁਝ ਹੈ ਮਾਲਕ ਦਾ ਦਿੱਤਾ ਹੋਇਆ। ਗੁਰੂ ਘਰਾਂ ਦੀ ਸੇਵਾ ਇੰਨੀ ਕਰਦਾ ਜਿਹਦਾ ਅੰਤ ਕੋਈ ਨਹੀਂ। ਪਰਮੇਸ਼ਰ ਦਵਾਰ ਸਾਹਿਬ ਇੱਕ ਵਾਰੀ ਆਇਆ, ਉਹਨੇ ਵੇਖਿਆ ਦਰਬਾਰ ਸਾਹਿਬ ਵਿੱਚ 20 ਲੱਖ 25-30 ਲੱਖ ਤੱਕ ਵੀ ਪੱਥਰ ਲੱਗ ਸਕਦਾ ਹੈ। ਕੱਲੇ ਨੇ ਭੇਜਿਆ ਸਾਰਾ, ਕਹਿੰਦਾ ਮੈਂ ਸੇਵਾ ਕਰਨੀ। ਔਰ ਇਹ ਵੀ ਨਾਲ, ਔਰ ਇਹ ਵੀ ਉਹਨੇ ਸ਼ਰਤ ਰੱਖੀ, ਕਹਿੰਦਾ ਬਾਬਾ ਜੀ ਇਹ ਵੀ ਸ਼ਰਤ ਰੱਖੀ ਵੀ ਕਿਸੇ ਨੂੰ ਦੱਸਣਾ ਨਹੀਂ। ਤਾਂ ਮੈਂ ਸਤਿਗੁਰੂ ਦੇ ਚਰਨਾਂ 'ਚ ਬੈਠਾ। ਜਥੇ ਵਾਸਤੇ ਹੁਣ ਤੱਕ ਉਹਨੇ 4 ਸਾਲਾਂ 'ਚ 5 ਗੱਡੀਆਂ ਵੀ ਭੇਟ ਕੀਤੀਆਂ ਜਥੇ ਨੂੰ, ਅਲੱਗ-ਅਲੱਗ। ਔਰ ਇਹ ਵੀ ਨਹੀਂ, ਉਹ ਆਈ ਤਾਂ ਹੀ ਪਤਾ ਲੱਗਦਾ ਵੀ ਚਾਬੀ ਫੜਾਤੀ, ਲਓ ਜੀ ਫਲਾਣੇ ਨੇ ਗੱਡੀ ਦਿੱਤੀ ਹੈ। ਮੈਂ ਇੱਕ ਰਾਤ ਇਸ ਵਾਰੀ ਉਹਨਾਂ ਦੇ ਘਰ ਰੁਕਿਆ। ਮੈਂ ਇਦਾਂ ਬੈਠੇ ਨੂੰ ਸਾਹਮਣੇ ਨੂੰ ਬਿਠਾ ਕੇ ਪੁੱਛਿਆ, ਮੈਨੂੰ ਤੇ ਇਹ ਵੀ ਨਹੀਂ ਪਤਾ ਵੀ ਕੀ ਕੰਮ ਕਰਦਾ, ਬਹੁਤਾ ਨਹੀਂ ਪਤਾ, ਬਸ ਮਾੜਾ ਮੋਟਾ ਮਿਲਣਾ, ਨਾ ਕਦੇ ਬਹੁਤੀ ਗੱਲ ਹੋਈ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਤੁਸੀਂ ਕਰਦੇ ਕੀ ਹੋ? ਕਹਿੰਦਾ ਬਾਬਾ ਜੀ ਜਿਹੜੀਆਂ ਗੱਡੀਆਂ ਨੇ ਨਾ, ਜਿਵੇਂ ਵੱਡੀਆਂ ਗੱਡੀਆਂ ਬਣਦੀਆਂ ਨੇ, ਇਹਦੀ ਸਸਪੈਂਸ਼ਨ ਚੈੱਕ ਕਰਨ ਵਾਸਤੇ ਵੀ ਗੱਡੀ ਕਿੱਦਾਂ ਦੀ ਹੈ, ਉਹ ਚੈੱਕ ਕਰਨ ਵਾਸਤੇ ਕਈ ਵਾਰੀ ਬੜੀਆਂ ਗੱਡੀਆਂ ਭਜਾ ਕੇ ਵੇਖਦੇ ਨੇ। ਇਹ ਇਦਾਂ ਦੀ ਮਸ਼ੀਨ ਬਣਾ ਦਿੰਦਾ ਹੈ, ਉਹ ਬੰਦਾ ਇਦਾਂ ਦੀ ਮਸ਼ੀਨ ਬਣਾ ਦਿੰਦਾ ਹੈ ਕਿ ਜਦੋਂ ਉਹਦੇ ਉੱਤੇ ਗੱਡੀ ਰੱਖੀ ਜਾਂਦੀ ਹੈ ਜਾਂ ਕੁਝ ਪੁਰਜੇ ਇਦਾਂ ਦੇ ਰੱਖੇ ਜਾਂਦੇ ਨੇ, ਉਹ ਕੰਪਿਊਟਰ ਵਿੱਚ ਆ ਜਾਂਦਾ ਹੈ ਵੀ ਇਹ ਕਿੰਨੇ ਲੱਖ ਕਿਲੋਮੀਟਰ ਚੱਲ ਸਕਦਾ ਹੈ। ਭਾਵ ਕਿ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ। ਜਿਹੜੀਆਂ ਮਸ਼ੀਨਾਂ ਉਹ ਬਣਾਉਂਦਾ ਹੈ, ਉਹ ਮਸ਼ੀਨਾਂ ਵਿਦੇਸ਼ਾਂ 'ਚ ਬਣਦੀਆਂ ਨੇ, ਇੰਡੀਆ 'ਚ ਇੱਕ ਵੀ ਬੰਦਾ ਨਹੀਂ ਬਣਾ ਸਕਦਾ। ਇੱਕ ਵੀ ਬੰਦਾ ਇੰਡੀਆ 'ਚ ਨਹੀਂ ਬਣਾ ਸਕਦਾ। ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਤੂੰ ਕੀ ਕੀਤਾ ਹੈ, ਤੂੰ ਸਿੱਖਿਆ ਹੈ? ਕਹਿੰਦਾ ਬਾਬਾ ਜੀ ਮੈਂ ਸੱਚ ਦੱਸਣਾ, ਮੈਨੂੰ ਤੇ 1% ਨਹੀਂ ਇਹਦੇ ਬਾਰੇ ਨੌਲੇਜ ਵੀ ਮੈਂ ਇਸ ਰਾਹ ਤੇ ਪੈ ਜਾਵਾਂਗਾ। ਮੈਨੂੰ ਤੇ ਬਸ ਆਪਣੇ ਆਪ ਪਤਾ ਨਹੀਂ ਕਿਵੇਂ ਖੇਡ ਬਣੀ। ਮੈਂ ਕਿਹਾ ਤੈਨੂੰ ਕਿੰਨੇ ਸਿਖਾਇਆ? ਇਹ ਮਰ ਦੇ ਚਰਨਾਂ ਵਿੱਚ ਬੈਠਾ ਮੈਨੂੰ ਕਹਿੰਦਾ ਬਾਬਾ ਜੀ ਮੈਨੂੰ ਗੁਰੂ ਨਾਨਕ ਨੇ ਸਿਖਾਇਆ, ਮੈਂ ਨਹੀਂ ਸਿੱਖਿਆ ਕਿਤੋਂ। ਮੇਰਾ ਇਹ ਜਿਹੜਾ ਕੰਮ ਹੈ ਇਹ ਮੈਂ ਸਿੱਖਿਆ ਨਹੀਂ ਕਿਤੇ, ਇਹ ਮੈਨੂੰ ਆਪਣੇ ਆਪ ਆਇਆ ਹੈ। ਕਹਿੰਦਾ ਮੈਂ ਤੇ ਕਈ ਵਾਰੀ ਹੈਰਾਨ ਹੁੰਨਾ ਕਿ ਮੈਨੂੰ ਆ ਕੇ ਦੱਸਦੇ ਨੇ ਕੰਪਨੀਆਂ ਵਾਲੇ ਵੀ ਐਦਾਂ ਦੀ ਮਸ਼ੀਨ ਚਾਹੀਦੀ। ਕਹਿੰਦੇ ਮੈਂ ਅੱਖਾਂ ਬੰਦ ਕਰ ਲੈਣਾ, ਸਵੇਰੇ ਸਿਮਰਨ ਕਰਦਾ ਹੈ, ਨਿਤਨੇਮ ਕਰਦਾ ਹੈ। ਕਹਿੰਦਾ ਜਦੋਂ ਮੈਨੂੰ ਆ ਕੇ ਦੱਸਦੇ ਨੇ, ਅੱਖਾਂ ਮੈਂ ਬੰਦ ਕਰਕੇ ਬਹਿ ਜਾਣਾ, ਆਪਣੇ ਆਪ ਹੀ ਮੇਰੇ ਅੰਦਰ ਉਹਦਾ ਨਕਸ਼ਾ ਬਣ ਜਾਂਦਾ। ਤੇ ਮੇਰੇ ਦਿਮਾਗ 'ਚ ਨਕਸ਼ਾ ਬਣਦਾ, ਮੈਂ ਫਿਰ ਉਹ ਕਾਗਜ਼ ਤੇ ਉਤਾਰ ਦੇਣਾ ਵੀ ਆ ਇਦਾਂ ਬਣੇਗੀ। ਫਿਰ ਆਪਣੇ ਬੰਦੇ 13 ਬੰਦੇ ਰੱਖੇ ਨੇ ਉਹਨੇ, 13 ਬੰਦਿਆਂ ਨੂੰ ਬੁਲਾਣਾ, ਉਹਨੂੰ ਕਹਿੰਦਾ ਵੀ ਇਦਾਂ ਬਣਾਓ, ਉਹ ਬਣ ਜਾਂਦੀ। ਕਹਿੰਦਾ ਜਦੋਂ ਮੇਰੀ ਮਸ਼ੀਨ ਬਣਦੀ ਹੈ, ਵਿਦੇਸ਼ਾਂ ਤੋਂ ਵੀ ਚੈੱਕ ਕਰਨ ਵਾਸਤੇ ਬੰਦੇ ਮੰਗਾਉਂਦੇ ਨੇ ਕੰਪਨੀ ਵਾਲਿਆਂ ਨੇ। ਜੇ 50 ਲੱਖ ਦੀ ਮਸ਼ੀਨ ਖਰੀਦਣੀ, ਚੈੱਕ ਵੀ ਕਰਨੀ ਹੈ, ਕਹਿੰਦੇ ਪਹਿਲਾਂ ਤਾਂ ਭਰੋਸਾ ਹੀ ਨਹੀਂ ਕਰਦੇ ਵੀ ਸਕੂਟਰ ਤੇ ਆਉਣ ਵਾਲਾ ਬੰਦਾ ਇਦਾਂ ਸਿੰਪਲ ਜਿਹਾ ਬੰਦਾ ਇਹ ਕਿਵੇਂ ਬਣਾ ਸਕਦਾ ਹੈ। ਪਰ ਕਹਿੰਦੇ ਜਦੋਂ ਚੈੱਕ ਕਰਦੇ ਨੇ, ਆ ਕੇ ਵੇਖਦੇ ਨੇ, ਕਹਿੰਦੇ ਮਸ਼ੀਨ ਇਹਦੇ ਵਿੱਚ ਤੇ ਬਾਹਰਲੀ ਵਿੱਚ ਕੋਈ ਫਰਕ ਨਹੀਂ, ਬਿਲਕੁਲ ਹੂਬਹੂ ਬਣਾਉਂਦਾ। ਇੱਕ ਵੀ ਬੰਦਾ ਉਦਾਂ ਦੀ ਮਸ਼ੀਨ ਇੰਡੀਆ 'ਚ ਨਹੀਂ ਬਣਾ ਸਕਦਾ, ਉਹ ਬਾਹਰੋਂ ਹੀ ਆਉਂਦੀਆਂ ਨੇ ਮਸ਼ੀਨਾਂ। ਤੇ ਮੈਂ ਇਹਨੂੰ ਪੁੱਛਿਆ ਕਿਰਪਾ ਕਿਵੇਂ ਹੋਈ? ਕਹਿੰਦਾ ਮੈਂ ਨਹੀਂ ਕਿਤੋਂ ਸਿੱਖਿਆ, ਇਹ ਮੈਨੂੰ ਸਤਿਗੁਰੂ ਨੇ ਸਿਖਾਇਆ। ਤੇ ਸੰਗਤੇ ਮੈਂ ਆਪ ਜੀ ਦੇ ਚਰਨਾਂ 'ਚ ਅਰਜ਼ ਕਰ ਰਿਹਾ ਸਾਂ, ਸਤਿਗੁਰੂ ਮਿਹਰ ਕਰਦੇ ਜ਼ਰੂਰ ਨੇ। ਤੇ ਜਿਹੜਾ ਬੰਦਾ ਨਾਮ ਨੂੰ ਭੁੱਲ ਜਾਂਦਾ ਨਾ, ਸਾਰੀ ਜ਼ਿੰਦਗੀ ਬੰਦਾ ਰਾਗ ਸਿੱਖਦਾ ਰਿਹਾ ਹੋਵੇ, ਸਾਰੀ ਜ਼ਿੰਦਗੀ ਕਥਾ ਸਿੱਖਦਾ ਰਿਹਾ ਹੋਵੇ, ਸਾਰੀ ਜ਼ਿੰਦਗੀ ਮਿਹਨਤ ਕਰਦਾ ਰਿਹਾ ਹੋਵੇ, ਪਰ ਉਹ ਗੁਣ ਉਹਦਾ ਕੰਮ ਨਹੀਂ ਆਏਗਾ ਜੇ ਭਜਨ ਪੱਲੇ ਨਾ ਹੋਇਆ, ਜੇ ਸਿਮਰਨ ਪੱਲੇ ਨਾ ਹੋਇਆ। ਕੋਈ ਕਦਰ ਨਹੀਂ ਪੈਂਦੀ। ਜਿਹੜੇ ਗੁਣ ਨੇ ਗਲਨੇ ਸ਼ੁਰੂ ਹੋ ਜਾਂਦੇ ਨੇ। ਮਨ ਏਕ ਨਾ ਚਿਤ ਸਮੂੜ ਮਨਾ, ਓਏ ਮੂਰਖ ਮਨਾ ਕਿਉਂ ਭੁੱਲ ਗਿਆ ਉਹਨੂੰ, ਹਰ ਬਿਸਰਤ ਤੇਰੇ ਗੁਣ ਗਲਿਆ। ਅੰਦਰਲੇ ਜਿਹੜੇ ਸ੍ਰੇਸ਼ਟ ਗੁਣ ਨੇ ਉਹ ਖਤਮ ਹੋ ਜਾਣਗੇ, ਖਤਮ ਹੋ ਜਾਣਗੇ। ਤੇ ਵੇਖੋ ਪਿਆਰਿਓ, ਮਹਾਰਾਜ ਬਾਹ ਫੜਦੇ ਨੇ। ਤੇ ਇੱਕ ਗੱਲ ਹੋਰ, ਮੈਨੂੰ ਪੁੱਛਿਆ, ਮੈਂ ਕਿਹਾ ਨਿਤਾ ਪ੍ਰਤੀ ਕਰਦਾ ਕੀ ਹੈ? ਸਵੇਰੇ ਕਿੰਨੇ ਵਜੇ ਉੱਠਣੇ? ਉਹ ਕਹਿੰਦੇ ਜੀ 5 ਵਜੇ ਉੱਠੀਦਾ ਹੈ, ਨਿਤਨੇਮ ਕਰ ਲਿਆ, ਫਿਰ ਬੱਚੇ ਸਕੂਲ ਚਲੇ ਜਾਂਦੇ ਨੇ। ਮੈਂ ਕਿਹਾ ਅੱਛਾ ਇਹ ਦੱਸ ਬਈ, ਫਿਰ ਜਦੋਂ ਫੈਕਟਰੀ ਜਾਣਾ ਫਿਰ ਕੀ ਕਰਨਾ ਹੈ? ਕਹਿੰਦਾ ਜਾ ਕੇ ਪਹਿਲਾਂ ਬਾਬਾ ਜੀ ਮੈਂ ਸਾਰੀ ਫੈਕਟਰੀ ਸਾਫ਼ ਕਰਨਾ, ਝਾੜੂ ਦੇਣਾ ਸਾਰੀ ਫੈਕਟਰੀ 'ਚ। ਮੈਂ ਹੈਰਾਨ ਇਸ ਗੱਲੋਂ ਹੋਇਆ ਵੀ ਕਰੋੜਾਂ ਰੁਪਏ ਦੀਆਂ ਉਹਦੀਆਂ ਮਸ਼ੀਨਾਂ ਵਿਕਦੀਆਂ ਨੇ,
ਵੱਡੀਆਂ ਉਹਦੀਆਂ ਕੋਲ ਗੱਡੀਆਂ ਵੀ ਵੱਡੀਆਂ ਨੇ, ਜਾਂਦਾ ਸਕੂਟਰ ਤੇ ਹੈ, ਸੋਹਣਾ ਘਰ ਹੈ। ਤੇ ਮੈਂ ਕਿਹਾ ਵੀ ਤੂੰ ਆਪ ਕਿਉਂ ਫੈਕਟਰੀ ਸਾਫ਼ ਕਰਨਾ ਹੈ? ਕਹਿੰਦਾ ਇਸ ਕਰਕੇ ਕਰਨਾ ਵੀ ਮੈਂ ਉਹਨੂੰ ਕਦੇ ਆਪਣੀ ਨਹੀਂ ਸਮਝਿਆ, ਮੈਂ ਗੁਰੂ ਨਾਨਕ ਦੀ ਫੈਕਟਰੀ ਸਮਝਣਾ, ਮੈਂ ਤੇ ਨੌਕਰ ਬਣ ਕੇ ਆਪ ਝਾੜੂ ਲਾਣਾ ਸਾਰੀ ਫੈਕਟਰੀ। ਸਾਨੂੰ ਤੇ 10,000 ਰੁਪਇਆ ਮਹੀਨੇ ਦੀ ਇਨਕਮ ਹੋਣ ਲੱਗ ਜਾ, ਆਪਾਂ ਕਹਿੰਦੇ ਹੁਣ ਨੌਕਰ ਰੱਖਣਾ, ਕਰੋ ਸਫਾਈ ਸਾਰੀਅਤ ਕਰਦੇ। ਆਪਾਂ ਬੜੀ ਛੇਤੀ ਬਦਲ ਜਾਂਦੇ ਆ। 13 ਬੰਦੇ ਕੰਮ ਕਰਨ ਵਾਲੇ ਨੇ ਤੇ 2,000 ਰੁਪਇਆ ਸਫਾਈ ਵਾਲਾ ਵੀ ਹੋ ਸਕਦਾ ਹੈ, ਉਹਨਾਂ 13 ਚੋਂ ਕੋਈ ਝਾੜੂ ਵੀ ਲਾ ਸਕਦਾ ਹੈ, ਪਰ ਜਿੰਨਾ ਕੋ ਦੀ ਫੈਕਟਰੀ ਹੈ ਉਹ ਆਪ ਝਾੜੂ ਲਾਂਦਾ ਹੈ, ਆਪ ਚੁੱਕ ਕੇ ਕੱਪੜੇ ਮਸ਼ੀਨਾਂ ਸਾਫ਼ ਕਰਦਾ ਹੈ, ਪਾਟੇ ਕੱਪੜੇ। ਮੈਂ ਕਿਹਾ ਕੱਪੜੇ ਤੇ ਸੋਹਣੇ ਪਾ ਲਿਆ ਕਰ, ਕਹਿੰਦਾ ਬਾਬਾ ਜੀ ਮਨ ਨਹੀਂ ਸੋਹਣਾ, ਮਨ ਨਹੀਂ ਸੋਹਣਾ, ਏਦਾਂ ਕਹਿੰਦਾ। ਇੰਨੀ ਨਿਮਰਤਾ ਅੱਜ ਤੱਕ ਕਦੇ ਸਾਹਮਣੇ ਨਹੀਂ ਆਇਆ ਹੋਣਾ। ਜਾਣਦਾ ਹੀ ਨਹੀਂ, ਸਾਡੇ ਬਹੁਤੇ ਤੇ ਸਿੰਘ ਨਹੀਂ ਜਾਣਦੇ ਵੀ ਆ ਇੰਨੀਆਂ ਸੇਵਾਵਾਂ ਕਰਨ ਵਾਲਾ ਉਹ ਬੰਦਾ ਹੈ ਕੌਣ, ਸਾਹਮਣੇ ਹੀ ਨਹੀਂ ਕਦੇ ਆਇਆ। ਤੇ ਵੇਖੋ ਪਿਆਰਿਓ, ਸਤਿਗੁਰੂ ਦੀ ਕਿਰਪਾ ਹੈ। ਤੇ ਮੈਂ ਅਰਜ਼ ਕਰਾਂਗਾ, ਜਦੋਂ ਭਜਨ ਕਰੋਗੇ ਨਾ, ਜਿਹੜਾ ਕੁਝ ਨਹੀਂ ਵੀ ਆਉਂਦਾ ਉਹ ਵੀ ਆਉਣ ਲੱਗ ਜਾਏਗਾ। ਇਹਦੇ 'ਚ ਬੜੀ ਵੱਡੀ ਤਾਕਤ, ਸਿਮਰਨ ਵਿੱਚ ਬੜੀ ਵੱਡੀ ਤਾਕਤ। ਔਰ ਸਭ ਕੁਝ ਪਾ ਕੇ ਨਿਮਰਤਾ 'ਚ ਰਹਿਣਾ ਵੀ ਭਜਨ ਸਿਖਾਉਂਦਾ ਹੈ। ਸਿਮਰਨ ਜਿਹੜਾ ਹੈ ਨਾ, ਨਿਮਰਤਾ 'ਚ ਰਹਿਣਾ ਸਿਖਾਉਂਦਾ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਜਦੋਂ ਨਾਮ ਆ ਜਾਏ ਨਾ ਅੰਦਰ, ਤੇ ਫਿਰ ਮਾਨ ਆਪਣੇ ਆਪ ਭੱਜ ਜਾਂਦਾ ਹੈ। ਤੇ ਮਨ ਹੰਕਾਰੇ ਬੰਦੇ ਹੀ ਉਹ ਨੇ ਜਿਨ੍ਹਾਂ ਦੇ ਪੱਲੇ ਨਾਮ ਨਹੀਂ। ਨਾਮ ਵਾਲੇ ਹੋਣਗੇ ਉਹਨਾਂ ਦੇ ਹੱਥ ਹਮੇਸ਼ਾ ਜੁੜੇ ਹੀ ਰਹਿਣਗੇ। ਨਾਮ ਵਾਲੇ ਜਿਹੜੇ ਹੋਣਗੇ ਉਹਨਾਂ ਕੋਲ ਗਰੀਬੀ ਹੋਏਗੀ, ਮਨ ਦੀ ਗਰੀਬੀ ਉਹਨਾਂ ਪੱਲੇ ਹੋਏਗੀ। ਇਸ ਕਰਕੇ ਯਤਨ ਕਰਨਾ ਚਾਹੀਦਾ ਹੈ। ਤੇ ਵੇਖੋ ਸਾਡੇ ਸੱਚੇ ਪਾਤਸ਼ਾਹ, ਅਸੀਂ ਬਾਣੀ ਪੜਨ ਵਾਲੇ ਮਾਨ ਕਰਨੇ ਆ, ਮੈਂ ਇੰਨੇ ਪਾਠ ਕਰਨਾ, ਮੈਂ ਕੀਰਤਨ ਕਰਨਾ, ਮੈਂ ਕਥਾ ਕਰਨਾ, ਸਾਨੂੰ ਇਸ ਗੱਲ ਦਾ ਮਾਨ ਹੋ ਜਾਂਦਾ ਹੈ। ਪਰ ਸਾਡੇ ਸਤਿਗੁਰੂ ਕਿੱਡੀ ਵੱਡੀ ਨਿਮਰਤਾ ਵਾਲੇ, ਨਾ ਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਨਾ ਮੈਂ ਜਤੀ ਨਾ ਮੈਂ ਸਤੀ, ਕੋਈ ਗਿਆਨ ਨਹੀਂ ਮੈਨੂੰ, ਮੂਰਖ ਸਾਰਾ ਜਨਮ ਮੇਰਾ ਇਦਾਂ ਹੀ ਲੰਘ ਗਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਨਾਨਕ ਉਹਦੀ ਸ਼ਰਨ ਵਿੱਚ ਪਿਆ। ਕਿਹਦੀ? ਮੇਰੇ ਮਾਲਕਾ ਮੈਨੂੰ ਉਹਦੀ ਸ਼ਰਨ ਵਿੱਚ ਪਾ ਦੇ। ਕਿੰਨਾਂ ਦੀ ਸ਼ਰਨ ਦੇ ਵਿੱਚ ਪਾ ਦੇ ਮੈਨੂੰ, ਕਿੰਨਾਂ ਦੇ ਚਰਨੀ ਲਾ ਦੇ। ਜਿਨ ਤੂੰ ਨਹੀਂ ਵਿਸਰਿਆ, ਜਿਨ੍ਹਾਂ ਨੂੰ ਤੂੰ ਨਹੀਂ ਵਿਸਰਦਾ। ਮੇਰੇ 'ਚ ਤੇ ਕੋਈ ਤਾਕਤ ਨਹੀਂ, ਮੇਰੇ 'ਚ ਤੇ ਗੁਣ ਹੀ ਕੋਈ ਨਹੀਂ, ਅਸੀਂ ਤੇ ਸਾਰੇ ਪੱਖਾਂ ਤੋਂ ਹੀਣੇ ਆ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ, ਮੋਹਿ ਪਰਦੇਸਣ ਦੂਰ ਤੇ ਆਈ। ਧਿਆਨ ਦੇਣਾ ਜਰਾ, ਜੀਵ ਰੂਪ ਇਸਤਰੀ ਕਹਿੰਦੀ ਏ, ਅਸੀਂ ਸਾਰੇ ਹੀ ਜੀਵ ਰੂਪ ਇਸਤਰੀਆਂ ਹਾਂ। ਸਾਡਾ ਪਤੀ ਪਰਮੇਸ਼ਰ ਪਰਮਾਤਮਾ, ਕਵਨ ਗੁਣ ਪ੍ਰਾਨ ਪਤ, ਪ੍ਰਾਨ ਪਤ ਮੇਰੇ ਪ੍ਰਾਨਾਂ ਨੂੰ ਚਲਾਉਣ ਵਾਲਾ, ਮੇਰਾ ਮਾਲਕ। ਪ੍ਰਾਨ ਪਤ ਕਿਵੇਂ ਮਿਲੇ? ਹੈ ਮੇਰੀਏ ਮਾਂ, ਜੀਵ ਰੂਪ ਇਸਤਰੀ ਕਹਿੰਦੀ ਏ, ਹੈ ਮਾਂ ਕਵਨ ਗੁਣ ਕਿਹੜੇ ਗੁਣਾ ਨਾਲ ਮਿਲਾਂ? ਪ੍ਰਾਨ ਪਤ ਮਿਲੋ ਮੇਰੀ ਮਾਈ, ਮਿਲਾਂ ਕਿਵੇਂ? ਔਗਣ ਫਿਰ ਵੇਖੋ ਸਾਡੇ 'ਚ ਕਿੰਨੇ ਨੇ। ਮਹਾਰਾਜ ਸਾਹਿਬ ਸਾਡੇ ਏਡੇ ਨਿਮਰਤਾ ਵਾਲੇ ਨੇ, ਸਾਨੂੰ ਜਾਚ ਸਿਖਾਉਂਦੇ ਨੇ। ਰੂਪਹੀਨ ਬੁੱਧ ਬਲਹੀਨੀ, ਆਤਮਿਕ ਰੂਪ ਮੇਰੇ ਕੋਲ ਨਹੀਂ। ਇੱਥੇ ਬਾਹਰੀ ਰੂਪ ਦੀ ਗੱਲ ਨਹੀਂ ਕੀਤੀ, ਬਾਹਰੋਂ ਬੰਦਾ ਕਾਲਾ ਹੋਵੇ ਭਾਵੇਂ ਸੋਹਣਾ ਗੋਰਾ ਹੋਵੇ, ਇੱਥੇ ਬਾਹਰੀ ਰੂਪ ਦੀ ਗੱਲ ਨਹੀਂ ਗੁਰਬਾਣੀ 'ਚ ਕਿਤੇ ਵੀ। ਜਿੱਥੇ ਆਉਂਦਾ ਨਾ ਰੂਪ, ਉਹ ਅੰਦਰਲੇ ਰੂਪ ਦੀ ਗੱਲ ਹੈ, ਬਾਹਰਲੇ ਦੀ। ਆਤਮਿਕ ਰੂਪ ਸਾਡਾ ਕਿਹੋ ਜਿਹਾ? ਜਿਵੇਂ ਮੈਂ ਕੱਲ ਗੱਲ ਕੀਤੀ ਸੀ, ਗੁਪਤ ਚਿੱਤਰ ਕੈਸਾ ਹੈ ਸਾਡਾ, ਅੰਦਰਲਾ ਚਿੱਤਰ, ਅੰਦਰਲਾ ਸਰੂਪ ਸਾਡਾ ਕਿਹੋ ਜਿਹਾ, ਬਾਹਰੀ ਨਹੀਂ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਬਾਹਰ ਦੀ ਤੇ ਗੱਲ ਨਹੀਂ। ਮੈਂ ਅਰਜ਼ ਬੜੀ ਵਾਰੀ ਕਰਨਾ, ਬਾਹਰੋਂ ਬੰਦਾ ਕਾਲਾ ਹੋਵੇ ਬੜੀ ਚੰਗੀ ਗੱਲ ਹੈ, ਅੰਦਰੋਂ ਕਾਲਾ ਨਾ ਹੋਵੇ। ਜਿਹੜੇ ਅੰਦਰੋਂ ਕਾਲੇ ਨੇ ਉਹ ਐਸਾ ਡੰਗ ਮਾਰ ਜਾਣਗੇ, ਉਹਦਾ ਮੁਕਾਬਲਾ ਫਿਰ ਨਹੀਂ ਕੋਈ ਕਰ ਸਕਦਾ। ਕੋਈ ਜ਼ਹਿਰੀ ਸੱਪ ਨਹੀਂ ਐਸਾ। ਅੰਦਰੋਂ ਕਾਲੇ, ਅੰਦਰੋਂ ਕੋੜੇ ਬੰਦਿਆਂ ਤੋਂ ਰੱਬ ਬਚਾਵੇ। ਬਾਹਰੋਂ ਮਿੱਠੇ, ਅੰਦਰੋਂ ਕੋੜੇ, ਅੰਦਰੋਂ ਜ਼ਹਿਰੀਲੇ ਨੇ ਜਿਹੜੇ, ਜ਼ਹਿਰ ਜਿਨ੍ਹਾਂ ਦੇ ਅੰਦਰ ਭਰੀ ਹੋਈ ਹੈ। ਤੇ ਬਾਹਰੋਂ ਭਾਵੇਂ ਲੱਖ ਵਾਰੀ ਕਾਲਾ ਹੋਵੇ। ਤੇ ਇੱਕ ਗੱਲ ਹੋਰ ਮੈਂ ਬੜੀ ਵਾਰੀ ਕੀਤੀ ਏ, ਫੱਬ ਹਮੇਸ਼ਾ ਗੁਣਾਂ ਦੀ ਹੁੰਦੀ ਏ, ਰੰਗ ਦੀ ਨਹੀਂ। ਬੰਦਾ ਬਹੁਤ ਸੋਹਣਾ ਹੈ ਪਰ ਬੋਲਦਾ ਬਹੁਤ ਮਾੜਾ ਹੈ, ਤੇ ਕੀ ਤੁਹਾਨੂੰ ਸੋਹਣਾ ਲੱਗਦਾ? ਪਿੰਡ 'ਚ ਬੜੇ ਬੰਦੇ ਨੇ, ਇੰਨਾ ਸੋਹਣਾ ਹੈ, ਪਰ ਜਦੋਂ ਬੋਲਦਾ ਗਲਾਂ ਹੀ ਕੱਢੀ ਜਾਂਦਾ, ਫਿੱਕਾ ਹੀ ਬੋਲੀ ਜਾਂਦਾ, ਤੇ ਆਪਾਂ ਪਰਾਂ ਮੂੰਹ ਕਰ ਲੈਨੇ ਆ।
ਤੇ ਬੰਦਾ ਭਾਵੇਂ ਕਾਲਾ ਕੋਝਾ ਕਿਉਂ ਨਾ ਹੋਵੇ, ਜਦੋਂ ਬੋਲੇਗਾ ਮਿੱਠਾ ਤੇ ਉਹ ਪਿਆਰਾ ਪਿਆਰਾ ਲੱਗੇਗਾ। ਤੇ ਮੈਂ ਬੇਨਤੀ ਬੜੀ ਵਾਰੀ ਕੀਤੀ ਹੈ, ਬਗਲੇ ਨਾਲੋਂ ਚਿੱਟਾ ਕੋਈ ਨਹੀਂ, ਕੋਇਲ ਨਾਲੋਂ ਕਾਲਾ ਕੋਈ ਨਹੀਂ। ਬਗਲੇ ਨੂੰ ਕਦੇ ਕਿਸੇ ਨੇ ਵਿਹੜੇ 'ਚ ਨਹੀਂ ਰੱਖਿਆ ਵੀ ਚਿੱਟਾ ਬੜਾ ਸੋਹਣਾ, ਬੜਾ ਇੱਥੇ ਟੰਗੋ ਭਾਈ ਪਿੰਜਰੇ 'ਚ ਲਿਆ ਕੇ। ਪਰ ਕੋਇਲ ਨੂੰ ਤਰਸਦੇ ਰਹਿੰਦੇ ਆ ਵੀ ਕੋਇਲਾਂ ਹੁਣ ਸਾਨੂੰ ਸੁਣਨ ਨੂੰ ਨਹੀਂ ਮਿਲਦੀਆਂ, ਕੋਇਲਾਂ ਹੁਣ ਨਜ਼ਰ ਨਹੀਂ ਆਉਂਦੀਆਂ। ਕੋਇਲ ਨਾਲੋਂ ਕਾਲਾ ਕੋਈ ਨਹੀਂ, ਬਗਲੇ ਨਾਲੋਂ ਚਿੱਟਾ ਕੋਈ ਨਹੀਂ, ਬਗਲੇ ਦੀ ਕਦਰ ਕੋਈ ਨਹੀਂ। ਕੋਇਲ ਨੂੰ ਤਰਸਨੇ ਆ, ਕਾਰਨ ਕੀ ਹੈ? ਬਗਲਾ ਚਿੱਟਾ ਹੋ ਕੇ ਵੀ ਚਿੱਟਾ ਨਹੀਂ ਲੱਗਦਾ, ਕੋਇਲ ਕਾਲੀ ਹੋ ਕੇ ਵੀ ਕਾਲੀ ਨਹੀਂ ਲੱਗਦੀ, ਉਹ ਸੋਹਣੀ ਭੈੜੀ ਨਹੀਂ ਲੱਗਦੀ। ਬਗਲਾ ਚਿੱਟਾ ਹੈ ਪਰ ਸੋਹਣਾ ਨਹੀਂ ਲੱਗਦਾ। ਕਾਰਨ ਇਹ ਹੈ ਕੋਇਲ ਨੂੰ ਉਹਦਾ ਗੁਣ ਤਾਰ ਗਿਆ, ਬਗਲੇ ਨੂੰ ਉਹਦਾ ਔਗਣ ਮਾਰ ਗਿਆ। ਕੋਇਲ ਆਪਣੇ ਪਿਆਰੇ ਦੇ ਪਿਆਰ ਵਿੱਚ ਕੂਕੂ ਕਰਦੀ ਏ, ਗਾਉਂਦੀ ਏ, ਬੋਲਦੀ ਏ, ਪਰ ਸਾਧ ਸੰਗਤ ਜਿਹੜਾ ਬਗਲਾ ਹੈ ਉਹ ਡੱਡੀਆਂ ਮੱਛੀਆਂ ਖਾਣ ਵਾਲਾ, ਸਾਨੂੰ ਸੋਹਣਾ ਨਹੀਂ ਲੱਗਦਾ। ਤੁਸੀਂ ਬਗਲੇ ਨੂੰ ਕਿਉਂ ਨਹੀਂ ਪਿੰਜਰੇ 'ਚ ਬੰਦ ਕਰਕੇ ਆਪਣੇ ਵਿਹੜੇ 'ਚ ਰੱਖਦੇ? ਕਿਉਂਕਿ ਉਹ ਬਗਲਾ ਚਿੱਟਾ ਜ਼ਰੂਰ ਹੈ ਪਰ ਉਹਦਾ ਖਾਣਾ ਮਾੜਾ ਹੈ। ਉਹ ਡੱਡੀਆਂ ਮੱਛੀਆਂ ਖਾਏਗਾ, ਮਾਸ ਖਾਏਗਾ, ਗੰਡੋਏ ਲੱਭ ਲੱਭ ਕੇ ਖਾਏਗਾ। ਪਰ ਯਾਦ ਰੱਖ, ਜੇ ਡੱਡੀਆਂ ਮੱਛੀਆਂ ਤੂੰ ਖਾਣਾ ਹੈ ਨਾ, ਮਾਸ ਖਾਂਦਾ ਤਾਂ ਹੀ ਨਹੀਂ ਰੱਖਦੇ। ਜੇ ਚੂਰੀ ਖਾਏ ਤਾਂ ਰੱਖ ਨਾ ਲੋ, ਤੋਤੇ ਨੂੰ ਘਰਾਂ 'ਚ ਰੱਖਦੇ ਹੋ, ਚੂਰੀਆਂ ਖਾਂਦਾ ਤਾਂ ਹੀ ਰੱਖਦੇ ਹੋ। ਜੇ ਉਹ ਰੋਜ਼ ਮਾਸ ਪਾਣਾ ਪਏ ਉਹਨੂੰ, ਤੁਹਾਨੂੰ ਚੰਗਾ ਨਹੀਂ ਲੱਗੇਗਾ ਰੱਖਣਾ, ਕਦੇ ਨਹੀਂ ਰੱਖੋਗੇ ਤੋਤੇ ਨੂੰ ਘਰ 'ਚ, ਉਹ ਤੁਹਾਨੂੰ ਫਸਾਉਣਾ ਨਹੀਂ ਲੱਗਦਾ। ਓਏ ਬਗਲਾ ਤੈਨੂੰ ਨਹੀਂ ਲੱਗਦਾ, ਆਪ ਫਰਿੱਜ ਭਰੀ ਹੋਈ ਰੱਖਣਾ ਹੈ ਆਂਡਿਆਂ ਦੀ, ਤੂੰ ਆਪ ਖਾ ਰਿਹਾ ਹੈ। ਇਸ ਕਰਕੇ ਗੁਣ ਕਰਕੇ ਬੰਦੇ ਦੀ ਕਦਰ ਹੈ। ਹਮੇਸ਼ਾ ਇਹ ਗੱਲ ਯਾਦ ਰੱਖੋ, ਰੰਗ ਕਰਕੇ ਨਹੀਂ, ਕੱਦ ਕਰਕੇ ਨਹੀਂ, ਰੂਪ ਕਰਕੇ ਨਹੀਂ, ਅੰਦਰਲੇ ਗੁਣ ਹੋਣੇ, ਸ੍ਰੇਸ਼ਟ ਗੁਣ।